प्रेज लॉर्ड, थैंक यू लॉर्ड जीसस। प्रभु यीशु जमीन असमान के मालक ते खालक, ਅਸੀਂ ਤੁਹਾਡਾ ਸ਼ੁਕਰਗੁਜ਼ਾਰ ਕਰਦੇ प्रभु, ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ। ਤੂੰ ਬਹੁਤ ਹੀ ਪਿਆਰ ਨਾਲ ਭਰਿਆ ਪਰਮੇਸ਼ਰ ਤੇ ਤਰਸ ਨਾਲ ਭਰਿਆ ਪਰਮੇਸ਼ਰ ਆ ਪ੍ਰਭੂ। ਜਿਸ ਤੇਰਾ ਲੱਖਾਂ ਵਾਰ ਕਰੋੜੋਂ ਵਾਰ ਤੇਰਾ ਧੰਨਵਾਦ ਕਰਦੇ ਅੱਜ ਦੇ ਅੱਛੇ ਤੇ ਪਵਿੱਤਰ ਦਿਨ ਦੇ ਲਈ ਤੇਰਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ। ਤੂੰ ਬਹੁਤ ਹੀ ਪਿਆਰ ਨਾਲ ਭਰਿਆ ਪਰਮੇਸ਼ਰ ਤੇ ਤਰਸ ਨਾਲ ਭਰਿਆ ਪਰਮੇਸ਼ਰ ਪ੍ਰਭੂ ਜੀ। ਅੱਜ ਦਾ ਵਚਨ ਜੋ ਕੁਝ ਵੀ ਪ੍ਰਭੂ ਯਿਸੂ ਹੋਵੇ ਅਸੀਂ ਸਿੱਖੀਏ ਸਾਰੇ ਮਿਲ ਕੇ, ਮੈਂ ਵੀ ਔਰ ਸਾਰੇ ਜਿੰਨੇ ਵੀ ਭੈਣ ਭਾਈ ਪ੍ਰਭੂ ਸਾਡੇ ਨਾਲ ਮਿਲ ਕੇ ਇਸ ਵੀਡੀਓ ਨੂੰ ਦੇਖਦੇ ਆ ਪ੍ਰਭੂ ਯਿਸੂ ਮਸੀਹ ਨਾਸਰੀ ਦੇ ਨਾਮ ਜੋ ਵੀ ਅਸੀਂ ਸਿੱਖੀਏ ਯਿਸੂ ਤੇਰੇ ਨਾਮ ਵਿੱਚ ਪੁੱਤਰ ਆਤਮਾ ਦੇ ਦੁਆਰਾ ਸਾਡੇ ਨਾਲ ਗੱਲਬਾਤ ਕਰੀ ਪਿਤਾ ਪਰਮੇਸ਼ਰ, ਤਾਂ ਕਿ ਤੇਰਾ ਵਚਨ 30 ਗੁਣਾ 60 ਗੁਣਾ ਬਲਕਿ 100 ਗੁਣਾ ਫਲ ਲੈ ਕੇ ਆਉਣ ਵਾਲਾ ਹੋਵੇ। ਹਾਲੇਲੂਇਆ। ਯਿਸੂ ਮਸੀਹ ਨਾਸਰੀ ਦੇ ਨਾਮ 'ਚ ਮੰਗਦੇ ਆਮੀਨ ਆਮੀਨ। ਹਾਲੇਲੂਇਆ। ਖੁਦਾਵੰਦ ਪ੍ਰਭੂ ਯਿਸੂ ਮਸੀਹ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ, ਉਹਦਾ ਧੰਨਵਾਦ ਕਰਦੇ ਹਾਂ, ਕਿਉਂਕਿ ਪ੍ਰਭੂਆਂ ਦਾ ਪ੍ਰਭੂ ਰਾਜਾਂ ਦਾ ਰਾਜਾ ਯਿਸੂ ਮਸੀਹ ਨਾਸਰੀ ਜਿਹੜੇ ਆ ਬਹੁਤ ਹੀ ਪਿਆਰ ਨਾਲ ਭਰੇ ਪਰਮੇਸ਼ਵਰ ਤੇ ਤਰਸ ਨਾਲ ਭਰੇ ਪਰਮੇਸ਼ਰ। ਹਾਲੇਲੂਇਆ। ਔਰ ਪ੍ਰਭੂ ਦਾ ਧੰਨਵਾਦ ਕਰਦੇ, ਜਦੋਂ ਅਸੀਂ ਪਰਮੇਸ਼ਰ ਦੇ ਵਿੱਚ ਬਣੇ ਰਹਿੰਦੇ ਤਾਂ ਸੱਚਮੁੱਚ ਪਰਮੇਸ਼ਰ ਜਿਹੜਾ ਆ ਸਾਡੇ ਵਿੱਚ ਬਣਿਆ ਰਹਿੰਦਾ ਮੇਰੇ 'ਚ। ਜੋ ਪਰਮੇਸ਼ਰ ਨੇ ਸਾਡੇ ਨਾਲ ਬਹੁਤ ਵੱਡੇ ਵੱਡੇ ਸਾਡੇ ਨਾਲ ਵਾਅਦੇ ਕੀਤੇ ਆ ਪਰਮੇਸ਼ਰ ਨੇ। ਹਾਲੇਲੂਇਆ। ਜਦੋਂ ਅਸੀਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਉੱਪਰ ਨੇਚਾ ਰੱਖ ਕੇ, ਈਮਾਨ ਰੱਖ ਕੇ ਪਰਮੇਸ਼ਰ ਦੇ ਚੱਲਦੇ ਹਾਂ ਤਾਂ ਪਰਮੇਸ਼ਰ ਦੇ ਵਾਅਦੇ ਜਿਹੜੇ ਆ ਸਾਡੇ ਲਈ ਬਹੁਤ ਵੱਡੇ ਵੱਡੇ ਵਾਅਦੇ ਪਰਮੇਸ਼ਰ ਨੇ ਸਾਡੇ ਲਈ ਕੀਤੇ ਹੋਏ ਆ। ਹਾਲੇਲੂਇਆ। ਤਾਂ ਮੇਰੇ ਜੀਜੋ, ਜਦੋਂ ਅਸੀਂ ਸੱਚਮੁੱਚ ਪਰਮੇਸ਼ਰ ਦੇ ਨਾਲ ਜੁੜੇ ਰਹਿੰਦੇ ਆ ਤਾਂ ਪਰਮੇਸ਼ਰ ਫਿਰ ਸਾਡੇ ਨਾਲ ਜੁੜੇ ਰਹਿੰਦੇ ਆ ਮੇਰੇ ਜੀਜੋ। ਜਦੋਂ ਪਰਮੇਸ਼ਰ ਸਾਡੇ ਨਾਲ ਜੁੜੇ ਰਹਿੰਦੇ ਤਾਂ ਫਿਰ ਸਾਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਹੋ ਸਕਦਾ ਮੇਰੇ ਜੀਜੋ। ਹਾਲੇਲੂਇਆ। ਅੱਜ ਪਰਮੇਸ਼ਰ ਦੇ ਵਚਨ ਦੇ ਵਿੱਚ ਆਪਾਂ ਦੇਖਣਾ ਹੈ ਕਿ ਮੈਂ ਤੁਹਾਨੂੰ ਚੰਗੀ ਕਣਕ ਖਿਲਾਵਾਂਗਾ। ਹਾਲੇਲੂਇਆ। ਚੰਗੀ ਕਣਕ ਤੁਹਾਨੂੰ ਖਿਲਾਵਾਂਗਾ, ਔਰ ਜੇਕਰ ਤੁਹਾਨੂੰ ਭੁੱਖੇ ਆ ਤੁਸੀਂ ਤਾਂ ਮੈਂ ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਰਜਾਵਾਂਗਾ। ਹਾਲੇਲੂਇਆ। ਹਾਲੇਲੂਇਆ। ਅੱਜ ਪਰਮੇਸ਼ਰ ਦੇ ਵਚਨ ਦੇ ਵਿੱਚ ਆਪਾਂ ਦੇਖਣਾ ਹੈ ਕਿ ਪਰਮੇਸ਼ਰ ਦੇ ਵਚਨ 'ਚ ਲਿਖਿਆ ਕਿ ਮੈਂ ਤੁਹਾਨੂੰ ਚੰਗੀ ਕਣਕ ਖਵਾਵਾਂਗਾ, ਤੁਹਾਨੂੰ ਚੰਗਾ ਅੰਨ ਖਵਾਵਾਂਗਾ। ਹਾਲੇਲੂਇਆ। ਉਹ ਮੇਰੇ ਜੀਜੋ, ਸੱਚਮੁੱਚ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜਦੋਂ 5 ਰੋਟੀਆਂ ਤੇ 2 ਮੱਛੀਆਂ ਦੇ ਉੱਪਰ ਬਰਕਤ ਦਿੱਤੀ ਤਾਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਬਹੁਤ ਸਾਰੇ ਲੋਕ ਸੀ ਉਹਦੇ ਭੀੜਾਂ ਦੀਆਂ ਭੀੜਾਂ, ਪਰਮੇਸ਼ਰ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਵੀ ਰਜਾਇਆ। ਹਾਲੇਲੂਇਆ। ਪਰਮੇਸ਼ਰ ਦੇ ਵਚਨ 'ਚ ਜਦੋਂ ਆਪਾਂ ਦੇਖਦੇ 147 ਜ਼ਬੂਰ ਉਹਦੀ 14 ਆਇਤ ਆਪਾਂ ਪਰਮੇਸ਼ਰ ਦੇ ਵਚਨ 'ਚ ਲਿਖਦੇ ਆ, ਲਿਖਿਆ ਕਿ ਉਹ ਤੇਰੀਆਂ ਹੱਦਾਂ ਵਿੱਚ ਸੁਲ੍ਹਾ ਰੱਖਦਾ, ਤੇਰੀਆਂ ਹੱਦਾਂ ਵਿੱਚ ਕੀ ਆ? ਸੁਲ੍ਹਾ ਰੱਖਦਾ। ਪਰਮੇਸ਼ਰ ਦੇ ਵਚਨ 'ਚ ਲਿਖਿਆ। ਹਾਲੇਲੂਇਆ। ਅਤੇ ਉਹ ਤੈਨੂੰ ਮੇਦੇ ਵਾਲੀ ਕਣਕ ਨਾਲ ਰਜਾਉਂਦਾ ਹੈ, ਤੈਨੂੰ ਮੇਦੇ ਵਾਲੀ ਕਣਕ ਦੇ ਨਾਲ ਰਜਾਉਂਦਾ ਮੇਰੇ ਜੀਜੋ। ਹਾਲੇਲੂਇਆ। ਮੇਰੇ ਜੀਜੋ, ਪਰਮੇਸ਼ਰ ਦੇ ਵਚਨ 'ਚ ਸਾਫ਼ ਲਿਖਿਆ ਕਿ ਪਰਮੇਸ਼ਰ ਤੁਹਾਨੂੰ ਮੇਦੇ ਵਾਲੀ ਕਣਕ ਦੇ ਨਾਲ ਕੀ ਕਰਦਾ ਹੈ? ਰਜਾਉਂਦਾ ਹੈ ਮੇਰੇ ਜੀ। ਹਾਲੇਲੂਇਆ। ਜਦੋਂ ਅਸੀਂ ਪਰਮੇਸ਼ਰ ਦੇ ਤੇ ਵਿਸ਼ਵਾਸ ਕਰਦੇ, ਈਮਾਨ ਰੱਖਦੇ, ਪਰਮੇਸ਼ਰ ਸਾਨੂੰ ਕਦੀ ਵੀ ਜਿਹੜਾ ਆ ਉਹ ਭੁੱਖਿਆ ਨਹੀਂ ਸੌਣ ਦਿੰਦਾ, ਬਲਕਿ ਸਾਨੂੰ ਮੇਦੇ ਵਾਲੀ ਕਣਕ, ਪ੍ਰਭੂ ਦੇ ਵਚਨ 'ਚ ਲਿਖਿਆ ਕਿ ਉਹ ਤੁਹਾਨੂੰ ਮੇਦੇ ਵਾਲੀ ਕਣਕ ਖਵਾਉਂਦਾ ਮੇਰੇ ਜੀਜੋ। ਔਰ ਪਰਮੇਸ਼ਰ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ, ਉਹਦਾ ਧੰਨਵਾਦ ਕਰਦੇ ਹਾਂ। ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਇੱਕ ਹੋਰ ਦੇਖਾਂਗੇ, ਮੱਤੀ ਦੀ ਅੰਜੀਲ ਉਹਦਾ 14 ਬਾਪ ਦੀ 14 ਤੋਂ ਲੈ ਕੇ 21 ਤੱਕ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੇਖਦੇ ਹਾਂ। ਹਾਲੇਲੂਇਆ। ਪਰਮੇਸ਼ਰ ਦੇ ਵਚਨ ਲਿਖਿਆ, ਅਤੇ ਉਸਨੇ ਨਿਕਲ ਕੇ ਵੱਡੀ ਭੀੜ ਵੇਖੀ ਔਰ ਉਹਨਾਂ ਉੱਤੇ ਤਰਸ ਖਾ ਕੇ ਉਹਨਾਂ ਦੇ ਰੋਗੀਆਂ ਨੂੰ ਚੰਗਾ ਕੀਤਾ ਮੇਰੇ ਜੀਜੋ। ਜਦੋਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਜਿਹੜੇ ਪ੍ਰਚਾਰ ਕਰਦੇ ਸੀ, ਕਦੀ ਉਜਾੜ ਵਿੱਚ ਜਾ ਕੇ, ਕਦੀ ਜਿੱਥੇ ਕਿਤੇ ਖਾਣੇ ਦਾ ਪ੍ਰਬੰਧ ਨਹੀਂ ਸੀ ਉੱਥੇ ਉਜਾੜ ਦੇ ਵਿੱਚ, ਜਿੱਥੇ ਮਤਲਬ ਕੁਝ ਖਾਣ ਨੂੰ ਵੀ ਨਹੀਂ ਸੀ ਮਿਲਦਾ ਹੁੰਦਾ, ਉੱਥੇ ਜਾ ਕੇ ਪ੍ਰਚਾਰ ਕਰਦੇ ਹੁੰਦੇ ਸੀ ਪਰਮੇਸ਼ਰ। ਤੇ ਜਦੋਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਉੱਥੋਂ ਨਿਕਲੇ ਤਾਂ ਵੱਡੀ ਭੀੜ ਵੇਖੀ। ਹਾਲੇ ਤੇ ਬਹੁਤ ਵੱਡੀ ਭੀੜ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਆਪਣੇ ਪਿੱਛੇ ਕੀ ਆ ਦੇਖੀ ਮੇਰੇ ਜੀਜੋ। ਹਾਲੇਲੂਇਆ। ਤੇ ਉਹਨਾਂ ਦੇ ਉੱਪਰ ਤਰਸ ਆਇਆ, ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਨੂੰ ਉਹਨਾਂ ਦੇ ਉੱਪਰ ਤਰਸ ਆਇਆ। ਹਾਲੇਲੂਇਆ। ਤਾਂ ਕੀ ਕੀਤਾ ਉਹਨਾਂ ਨੇ? ਉਹਨਾਂ ਰੋਗੀਆਂ ਦੇ ਕੀ ਆ, ਉਹਨਾਂ ਦੇ ਉੱਪਰ ਤਰਸ ਖਾ ਕੇ ਉਹਨਾਂ ਰੋਗੀਆਂ ਨੂੰ ਕੀ ਕੀਤਾ? ਚੰਗਾ ਕੀਤਾ ਮੇਰੇ ਜੀਜਾ। ਹਾਲੇ ਇਦਾਂ ਦੇ ਸਾਡੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਜਿਹੜੇ ਆ ਉਹ ਤਰਸ ਨਾਲ ਭਰੇ ਹੋਏ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਆ। ਉਹਨਾਂ ਨੇ ਤਰਸ ਕਰਦਾ, ਉਹ ਏਡੀ ਵੱਡੀ ਭੀੜ ਜਿਹੜੀ ਆ ਉਹਨੇ ਆਪਣੇ ਪਿੱਛੇ ਦੇਖੀ ਤਾਂ ਉਹ ਜਿਹੜੇ ਬਿਮਾਰ ਜਿਹੜੇ ਸੀ ਵਿਸ਼ਵਾਸ ਕਰਕੇ ਨੇਚਾ ਰੱਖ ਕੇ ਪਰਮੇਸ਼ਰ ਦੇ ਪਿੱਛੇ ਆਏ ਸੀਗੇ, ਏਡੇ ਉਜਾੜ ਬਿਆਬਾਨ ਦੇ ਵਿੱਚ ਜਿੱਥੇ ਪ੍ਰਭੂ ਜੀ ਪ੍ਰਚਾਰ ਕਰ ਦਿੰਦੇ ਸੀ, ਤਾਂ ਉਹਨਾਂ ਦੇ ਮਗਰ ਉਹ ਭੀੜਾਂ ਜਿਹੜੀਆਂ ਲੱਗੀਆਂ ਰਹਿੰਦੀਆਂ ਸੀ। ਹਾਲੇਲੂਇਆ। ਤਾਂ ਕਿ ਲੋਕੀ ਜਿਹੜੇ ਬਹੁਤ ਹੀ ਪੁਰਾਣੇ ਰੋਗਾਂ ਦੇ ਰੋਗੀ ਸੀਗੇ, ਜਿਹਨਾਂ ਨੂੰ ਰੋਗ ਲੱਗੇ ਹੋਏ ਸੀਗੇ, ਜਿਹੜੇ ਚੰਗੇ ਕਦੀ ਹੋ ਨਹੀਂ ਸੀ ਸਕਦੇ, ਤਾਂ ਮੇਰੇ ਜੀਜੋ ਪਰਮੇਸ਼ਰ ਨੇ ਉਹਨਾਂ ਦੇ ਉੱਤੇ ਵੀ ਤਰਸ ਖਾ ਕੇ ਉਹਨਾਂ ਨੂੰ ਕੀ ਕੀਤਾ? ਚੰਗੇ ਕੀਤਾ। ਹਾਲੇਲੂਇਆ। ਮੇਰੇ ਜੀਜੋ, ਜਦੋਂ ਅਸੀਂ ਵਿਸ਼ਵਾਸ ਕਰਦੇ ਹਾਂ, ਅਸੀਂ ਈਮਾਨ ਰੱਖ ਕੇ ਪਰਮੇਸ਼ਰ ਦੇ ਪਿੱਛੇ ਚੱਲਦੇ ਹਾਂ, ਪਰਮੇਸ਼ਰ ਦੇ ਪਿੱਛੇ ਲੱਗੇ ਰਹਿੰਦੇ ਹਾਂ, ਤਾਂ ਪਰਮੇਸ਼ਰ ਜਿਹੜੀ ਤੁਹਾਡੀ ਹਰ ਬਿਮਾਰੀ ਤੋਂ ਪਰਮੇਸ਼ਰ ਚੰਗਿਆ ਕਰਦਾ, ਉਹ ਤਰਸ ਕਰਦਾ ਤੁਹਾਡੇ ਉੱਪਰ। ਹਾਲੇਲੂਇਆ। ਹਰ ਬਿਮਾਰੀ ਤੋਂ, ਹਰ ਪਰੇਸ਼ਾਨੀ ਤੋਂ ਪਰਮੇਸ਼ਰ ਤੁਹਾਨੂੰ ਬਿਮਾਰੀ ਤੋਂ ਸ਼ਿਫਾ ਦਿੰਦੇ ਮੇਰੇ ਜੀਜੋ। ਪਰੇਸ਼ਾਨੀਆਂ ਨੂੰ ਦੂਰ ਕਰਦੇ ਪਰਮੇਸ਼ਰ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚੋਂ ਮੇਰੇ ਜੀਜੋ। ਹਾਲੇਲੂਇਆ। ਲਿਖਿਆ ਕਿ ਉਹਨਾਂ ਨੇ ਉਹਨਾਂ ਤੇ ਕੀ ਆ? ਤਰਸ ਖਾਦਾ, ਤੇ ਤਰਸ ਖਾ ਕੇ ਉਹਨਾਂ ਨੂੰ ਕੀ ਕੀਤਾ? ਰੋਗੀਆਂ ਨੂੰ ਚੰਗਾ ਕੀਤਾ।
ਅਤੇ ਜਾਂ ਸੰਝ ਹੋਈ ਤਾਂ ਚੇਲਿਆਂ ਨੇ ਉਸ ਦੇ ਕੋਲ ਆਣ ਕੇ ਕਿਹਾ, ਇਹ ਥਾਂ ਉਜਾੜ ਹੈ ਅਤੇ ਵੇਲਾ ਹੁਣ ਬੀਤ ਗਿਆ ਹੈ, ਲੋਕਾਂ ਨੂੰ ਵਿਦਿਆ ਕਰ ਤਾਂ ਪਿੰਡਾਂ ਵਿੱਚੋਂ ਜਾ ਕੇ ਆਪਣੇ ਲਈ ਖਾਣਾ ਦਾਣਾ ਮੁੱਲ ਲੈਣ। ਮੇਰੇ ਜੀਜੋ, ਉਹ ਉਜਾੜਿਆ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਜਿਹੜੇ ਚੇਲੇ ਸੀ, ਉਹਨਾਂ ਨੇ ਕਿਹਾ ਇਹ ਇੱਥੇ ਉਜਾੜਿਆ, ਇੱਥੇ ਮਤਲਬ ਕੋਈ ਖਾਣਾ ਦਾਣਾ ਨਹੀਂ ਹੈਗਾ, ਤੇ ਲੋਕਾਂ ਨੂੰ ਵਿਦਿਆ ਕਰ ਤਾਂ ਕਿ ਉਹ ਪਿੰਡਾਂ ਦੇ ਵਿੱਚ ਜਾਣ ਤੇ ਜਾ ਕੇ ਆਪਣੇ ਵਾਸਤੇ ਖਾਣਾ ਮੁੱਲ ਲੈ ਕੇ ਖਾਣ। ਮੇਰੇ ਜੀਜੋ, ਤਾਂ ਮੇਰੇ ਜੀਜੋ, ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜਿਹੜੇ ਆ ਉਹ ਬਹੁਤ ਹੀ ਤਰਸ ਨਾਲ ਭਰੇ ਹੋਏ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਨੇ ਕਿਹਾ ਕਿ ਉਹਨਾਂ ਨੂੰ ਉੱਥੇ ਜਾਣ ਦੀ ਲੋੜ ਨਹੀਂ ਹੈ। ਹਾਲੇਲੂਇਆ, ਹਾਲੇਲੂਇਆ, ਉਹਨਾਂ ਨੂੰ ਉੱਥੇ ਜਾਣ ਦੀ ਲੋੜ ਨਹੀਂ ਹੈ। ਹਾਲੇਲੂਇਆ। ਪਰ ਯਿਸੂ ਨੇ ਉਹਨਾਂ ਨੂੰ ਆਖਿਆ, ਉਹਨਾਂ ਦੇ ਜਾਣ ਦੀ ਲੋੜ ਨਹੀਂ, ਤੁਸੀਂ ਉਹਨਾਂ ਨੂੰ ਖਾਣ ਨੂੰ ਦਿਓ, ਤੁਸੀਂ ਉਹਨਾਂ ਨੂੰ ਖਾਣ ਨੂੰ ਦਿਓ। ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਕਹਿੰਦੇ ਕਿ ਤੁਸੀਂ ਉਹਨਾਂ ਨੂੰ ਖਾਣ ਨੂੰ ਦਿਓ। ਔਰ ਉਹਨਾਂ ਉਸ ਨੂੰ ਕਿਹਾ, ਇੱਥੇ ਸਾਡੇ ਕੋਲ ਨਿਰੀਆਂ 5 ਰੋਟੀਆਂ ਅਤੇ 2 ਮੱਛੀਆਂ। ਤਾਂ ਚੇਲਿਆਂ ਨੇ ਕਿਹਾ ਕਿ ਸਾਡੇ ਕੋਲ ਤਾਂ ਸਿਰਫ ਨਿਰੀਆਂ ਜਿਹੜੀਆਂ 5 ਰੋਟੀਆਂ ਤੇ 2 ਮੱਛੀਆਂ, ਉਸ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਖਾਣ ਨੂੰ ਕੁਛ ਵੀ ਨਹੀਂ ਆ। ਏਡੀ ਵੱਡੀਆਂ ਭੀੜਾਂ ਨੂੰ ਅਸੀਂ ਕਿੱਦਾਂ ਇਹ ਖਾਣਾ ਖਵਾਵਾਂਗੇ। ਤਾਂ ਮੇਰੇ ਜੀਜੋ, ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜਿਹੜੇ ਬਹੁਤ ਹੀ ਪਿਆਰ ਨਾਲ ਭਰੇ ਪਰਮੇਸ਼ਰ ਸੀ, ਤਰਸ ਨਾਲ ਭਰੇ ਹੋਏ ਪਰਮੇਸ਼ਰ ਸੀ, ਉਹਨਾਂ ਨੂੰ ਪਤਾ ਸੀਗਾ ਇਹ ਲੋਕਾਂ ਦੀ ਭੀੜ ਜਿਹੜੀ ਮੇਰੇ ਪਿੱਛੇ ਨਿਹਚਾ ਰੱਖ ਕੇ, ਮੇਰੇ ਤੇ ਵਿਸ਼ਵਾਸ ਰੱਖ ਕੇ ਮੇਰੇ ਪਿੱਛੇ ਆਈ ਆ, ਤਾਂ ਉਹਨਾਂ ਨੂੰ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੂੰ ਉਹਨਾਂ ਦਾ ਫਿਕਰ ਸੀ, ਉਹਨਾਂ ਨੇ ਉਹਨਾਂ ਨੂੰ ਖਾਣ ਲਈ ਦੇਣਾ ਸੀ, ਮੈਰਕਲ ਕਰਨਾ ਸੀਗਾ। ਤਾਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਕੀ ਕਿਹਾ ਕਿ ਉਹ ਜਿਹੜੀਆਂ 5 ਰੋਟੀਆਂ ਤੇ 2 ਮੱਛੀਆਂ ਜਿਹੜੀਆਂ ਆ ਉਹ ਮੇਰੇ ਕੋਲ ਲੈ ਕੇ ਆਓ। ਹਾਲੇਲੂਇਆ। ਉਹਨਾਂ ਨੇ ਕਿਹਾ ਕਿ ਨਿਰੀਆਂ 5 ਰੋਟੀਆਂ ਤੇ 2 ਮੱਛੀਆਂ। ਤਾਂ ਉਹ ਬੋਲਿਆ, ਉਹਨਾਂ ਨੂੰ ਇੱਥੇ ਮੇਰੇ ਕੋਲ ਲਿਆਓ। ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਕਿਹਾ, ਉਹ 5 ਰੋਟੀਆਂ ਤੇ 2 ਮੱਛੀਆਂ ਜਿਹੜੀਆਂ ਮੇਰੇ ਕੋਲ ਲੈ ਕੇ ਆਓ। ਅਤੇ ਉਸ ਨੇ ਲੋਕਾਂ ਨੂੰ ਘਾਹ ਉੱਤੇ ਬੈਠਣ ਦਾ ਹੁਕਮ ਦਿੱਤਾ। ਤੇ ਉਹਨਾਂ ਨੇ ਕਿਹਾ ਕਿ ਇਹਨਾਂ ਲੋਕਾਂ ਨੂੰ, ਜਿਹੜੇ ਜਿੰਨੇ ਵੀ ਲੋਕ ਇਹਨਾਂ ਨੂੰ ਘਾਹ ਦੇ ਉੱਪਰ ਬਿਠਾ ਦਿਓ। ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਹੁਕਮ ਦਿੱਤਾ ਕਿ ਇਹਨਾਂ ਨੂੰ ਘਾਹ ਦੇ ਉੱਪਰ ਬਿਠਾ ਦਿਓ। ਤਦ ਉਹਨਾਂ 5 ਰੋਟੀਆਂ ਅਤੇ 2 ਮੱਛੀਆਂ ਨੂੰ ਲੈ ਲਿਆ ਅਤੇ ਆਕਾਸ਼ ਵੱਲ ਵੇਖ ਕੇ ਬਰਕਤ ਦਿੱਤੀ। ਹਾਲੇਲੂਇਆ। ਉਹਨਾਂ ਮੱਛੀਆਂ ਨੂੰ ਤੇ ਉਹਨਾਂ ਰੋਟੀਆਂ ਨੂੰ ਲੈ ਕੇ ਆਕਾਸ਼ ਵੱਲ ਦੇਖ ਕੇ ਕੀ ਕੀਤਾ? ਬਰਕਤ ਦਿੱਤੀ ਅਤੇ ਰੋਟੀਆਂ ਤੋੜ ਕੇ ਚੇਲਿਆਂ ਨੂੰ ਦਿੱਤੀਆਂ ਤੇ ਚੇਲਿਆਂ ਨੇ ਲੋਕਾਂ ਨੂੰ ਦਿੱਤੀਆਂ। ਫਿਰ ਉਹ ਰੋਟੀਆਂ ਦੇ ਉੱਪਰ ਬਰਕਤ ਮੰਗ ਕੇ ਤਾਂ ਉਹ ਚੇਲਿਆਂ ਨੂੰ ਦਿੱਤੀਆਂ ਤੇ ਚੇਲਿਆਂ ਨੇ ਕੀ ਕੀਤਾ? ਲੋਕਾਂ ਨੂੰ, ਜਿਨ੍ਹਾਂ ਨੂੰ ਘਾਹ ਦੇ ਉੱਪਰ ਬਿਠਾਇਆ ਸੀਗਾ, ਲਾਈਨਾਂ ਦੇ ਵਿੱਚ ਬਿਠਾਇਆ ਸੀ, ਤੇ ਉਹਨਾਂ ਨੂੰ ਦਿੱਤੀਆਂ। ਅਤੇ ਉਹ ਸਭੇ ਖਾ ਕੇ ਰੱਜ ਗਏ ਅਤੇ ਉਹਨਾਂ ਨੇ ਬਚਿਆ ਹੋਇਆਂ ਟੁਕੜਿਆਂ ਨਾਲ 12 ਟੋਕਰੀਆਂ ਭਰੀਆਂ ਹੋਈਆਂ ਚੁੱਕ ਲਈਆਂ। ਮੇਰੇ ਜੀਓ, ਹਾਲੇਲੂਇਆ। ਉਹ ਜਿਹੜੇ ਆ 5 ਰੋਟੀਆਂ ਤੇ 2 ਮੱਛੀਆਂ ਦੇ ਉੱਪਰ ਜਦੋਂ ਪਰਮੇਸ਼ਰ ਨੇ ਬਰਕਤ ਮੰਗੀ, ਮੇਰੇ ਜੀਜੋ, ਤਾਂ ਲੋਕ ਜਿੰਨੇ ਵੀ ਸੀਗੇ ਖਾ ਕੇ ਰੱਜ ਗਏ ਤੇ 12 ਟੋਕਰੀਆਂ ਜਿਹੜੀਆਂ ਆ ਉਹ ਫਿਰ ਵੀ ਜਿਹੜੀਆਂ ਬਚ ਗਈਆਂ। ਇਦਾਂ ਦਾ ਸਾਡਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਆ, ਜੋ ਕਿ ਆਪਾਂ ਪਹਿਲਾਂ ਜਿਹੜਾ ਜ਼ਬੂਰ 147 ਦੇ ਵਿੱਚ ਪੜਿਆ ਕਿ ਮੈਂ ਤੁਹਾਨੂੰ ਇੱਕ ਚੰਗੀ ਕਣਕ ਖਵਾਵਾਂਗਾ, ਚੰਗਾ ਅੰਨ ਤੁਹਾਨੂੰ ਮੈਂ ਖਵਾਵਾਂਗਾ। ਹਾਲੇਲੂਇਆ। ਪਰਮੇਸ਼ਰ ਦੇ ਵਚਨ 'ਚ ਲਿਖਿਆ। ਹਾਲੇਲੂਇਆ, ਹਾਲੇਲੂਇਆ। ਇਸ ਤਰ੍ਹਾਂ ਦਾ ਸਾਡਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਆ ਕਿ ਸਾਡੇ ਨਾਲ ਵਾਅਦਾ ਕਰਦੇ, ਸਾਡੇ ਨਾਲ ਵਾਅਦਾ ਕੀਤਾ ਕਿ ਤੁਸੀਂ ਇਹਨਾਂ ਨੂੰ ਬਿਠਾ ਦਿਓ। ਤਾਂ ਪਰਮੇਸ਼ਰ ਨੇ ਉਹਨਾਂ ਤੇ ਬਰਕਤ ਮੰਗੀ। ਤਾਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਹੁਣ ਇਹਨਾਂ ਨੂੰ ਵੰਡੀ ਚਲੋ। ਹਾਲੇਲੂਇਆ। ਜੇ ਸਾਰੇ ਖਾ ਕੇ ਰੱਜ ਗਏ ਤੇ 12 ਟੋਕਰੀਆਂ ਫਿਰ ਵੀ ਬਚ ਗਈਆਂ। ਹਾਲੇਲੂਇਆ, ਹਾਲੇਲੂਇਆ। ਔਰ ਖਾਣ ਵਾਲੇ ਜਨਾਨੀਆਂ ਅਤੇ ਬਾਲਕਾਂ ਵਿੱਚ ਬਿਨਾ 5,000 ਲੋਕੀ ਸੀ। ਜਿਹੜੇ ਸਿਰਫ 5,000 ਲੋਕੀ, ਮਰਦ ਹੀ 5,000 ਸੀ। ਬਾਕੀ ਜਿਹੜੀਆਂ ਜਨਾਨੀਆਂ ਤੇ ਜਿਹੜੇ ਬੱਚੇ ਸੀ ਉਹ ਲਹਿਦਾ ਸੀਗੇ, ਉਹਨਾਂ ਦੀ ਗਿਣਤੀ ਨਹੀਂ ਸੀਗੀ। ਪਰ ਮੇਰੇ ਜੀਜੋ, ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਵੀ ਖਾਣ ਲਈ ਦਿੱਤਾ। ਉਹ ਵੀ ਖਾ ਕੇ ਰੱਜ ਗਏ ਤੇ 12 ਟੋਕਰੀਆਂ ਫਿਰ ਵੀ ਬਚ ਗਈਆਂ। ਹਾਲੇਲੂਇਆ। ਮੇਰੇ ਜੀਜੋ, ਪਰਮੇਸ਼ਰਾਂ ਦਾ ਪਰਮੇਸ਼ਰ, ਪ੍ਰਭੂਆਂ ਦਾ ਪ੍ਰਭੂ, ਰਾਜਾਂ ਦਾ ਰਾਜਾ ਯਿਸੂ ਨਾਸਰੀ ਦੇਖੋ ਕਿੱਡੇ ਵੱਡੇ ਮਿਰਾਕਲ ਕਰਦਾ ਹੈ। ਹਾਲੇਲੂਇਆ। ਬਸ ਸ਼ਰਤ ਇਹ ਹੈ ਕਿ ਜਦੋਂ ਵਿਸ਼ਵਾਸ ਰੱਖ ਕੇ, ਈਮਾਨ ਰੱਖ ਕੇ ਪਰਮੇਸ਼ਰ ਦੇ ਅੱਗੇ ਆਉਂਦੇ ਆ, ਤਾਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਜਿਹੜੇ ਆ ਉਹ ਸਾਨੂੰ ਬਰਕਤ ਦਿੰਦੇ, ਮਿਰਾਕਲ ਕਰਦੇ। ਸਾਡੇ ਕਿੱਥੇ ਉਹਨਾਂ ਕੋਲ ਖਾਣ ਲਈ ਬੀਆਵਾਨ ਉਜਾੜ ਦੇ ਵਿੱਚ ਕੋਈ ਖਾਣ ਲਈ ਕੁਛ ਵੀ ਨਹੀਂ ਸੀ ਉਹਨਾਂ ਦੇ ਕੋਲ, ਤਾਂ ਫਿਰ ਵੀ ਪਰਮੇਸ਼ਰ ਪ੍ਰਭੂ ਯਿਸੂ ਨੇ 5 ਰੋਟੀਆਂ ਤੇ 2 ਮੱਛੀਆਂ ਦੇ ਉੱਪਰ ਕੀ ਕੀਤੀ ਆ? ਬਰਕਤ ਮੰਗੀ। ਮੇਰੇ ਜੀਜੋ, ਹਾਲੇਲੂਇਆ। ਇਸੇ ਤਰ੍ਹਾਂ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੇਖਦੇ ਹਾਂ, ਪਹਿਲਾ ਤਮੋਥੀਅਸ ਉਹਦਾ 4 ਬਾਬ ਦੀ 4 ਆਇਤ ਆਪਾਂ ਪਰਮੇਸ਼ਰ ਦੇ ਵਚਨ ਚੋਂ ਦੇਖਦੇ ਹਾਂ। ਪਹਿਲਾ ਤਮੋਥੀਅਸ ਉਹਦਾ 4 ਬਾਬ। ਹਾਲੇਲੂਇਆ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਆਪਾਂ ਦੇਖਦੇ ਹਾਂ, ਪਹਿਲਾ ਤਮੋਥੀਅਸ 4 ਬਾਬ ਦੀ 4 ਆਇਤ ਪਰਮੇਸ਼ਰ ਦੇ ਵਚਨ ਚੋਂ ਦੇਖਦੇ ਹਾਂ। ਲਿਖਿਆ ਕਿ ਕਿਉਂ ਜੋ ਪਰਮੇਸ਼ਰ ਦੀ ਉਤਪਤ ਕੀਤੀ ਹੋਈ ਹਰੇਕ ਬਾਤ ਚੰਗੀ ਹੈ ਅਤੇ ਕੋਈ ਵੀ ਤਿਆਗਣ ਦੇ ਯੋਗ ਨਹੀਂ ਹੈ। ਜਿਹੜੀ ਵੀ ਪਰਮੇਸ਼ਰ ਨੇ ਸਾਡੇ ਲਈ
ਚੀਜ਼ ਜਿਹੜੀ ਉਤਪਤ ਕੀਤੀ ਉਹ ਖਾਣ ਦੇ ਲਈ ਸਾਡੇ ਲਈ ਕੀ ਆ, ਚੰਗੀ ਆ ਮੇਰੇ ਜੀਜੋ। ਕੋਈ ਵੀ ਤਿਆਗਣ ਦੇ ਯੋਗ ਨਹੀਂ ਹੈ, ਕੋਈ ਵੀ ਤਿਆਗਣ ਦੇ ਯੋਗ ਨਹੀਂ, ਜੇ ਕਦੇ ਉਹਨੂੰ ਧੰਨਵਾਦ ਦੇ ਨਾਲ ਲਿਆ ਜਾਵੇ। ਜੇ ਉਹਨੂੰ ਧੰਨਵਾਦ ਦੇ ਨਾਲ ਲਿਆ ਜਾਵੇ ਮੇਰੇ ਜੋ, ਕੋਈ ਵੀ ਚੀਜ਼ ਐਸੀ ਨਹੀਂ ਜਿਹੜੀ ਉਹਨੂੰ ਆਪਾਂ ਤਿਆਗ ਦਈਏ। ਜੇ ਉਹਨੂੰ ਪਰਮੇਸ਼ਰ ਦੇ ਵਚਨ ਕੀ ਲਿਆ, ਜੇ ਉਹਨੂੰ ਅਸੀਂ ਕੀ ਕਰੀਏ, ਧੰਨਵਾਦ ਦੇ ਨਾਲ ਲਿਆ ਜਾਵੇ, ਪਰਮੇਸ਼ਰ ਦੇ ਅੱਗੇ ਦੁਆ ਕਰਕੇ ਲਿਆ ਜਾਵੇ। ਹਾਲੇਲੂਇਆ, ਧੰਨਵਾਦ ਦੇ ਨਾਲ ਲਿਆ ਜਾਵੇ। ਹਾਲੇਲੂਇਆ। ਇਸ ਲਈ ਜੋ ਉਹ ਪਰਮੇਸ਼ਰ ਦੇ ਵਚਨ ਨਾਲ ਅਤੇ ਅਰਦਾਸ ਨਾਲ ਪਵਿੱਤਰ ਹੋ ਜਾਂਦੀ ਹੈ। ਉਹ ਜਿਹੜੀ ਚੀਜ਼ ਜਿਹੜੀ ਅਸੀਂ ਖਾਣੇ, ਜਦੋਂ ਕਈ ਅਸੀਂ ਕਹਿੰਦੇ ਕਿ ਇਹ ਚੀਜ਼ ਜਿਹੜੀ ਪਵਿੱਤਰ ਨਹੀਂ ਹੈ, ਸਾਡੇ ਲਈ ਖਾਣ ਲਈ ਚੰਗੀ ਨਹੀਂ ਹੈ, ਪਰ ਪਰਮੇਸ਼ਰ ਕਹਿੰਦਾ ਸਾਰ ਚੀਜ਼ ਜਿਹੜੀ ਪਰਮੇਸ਼ਰ ਕਹਿੰਦਾ ਉਤਪਤ ਕੀਤੀ ਹੈ ਉਹ ਤੁਹਾਡੇ ਲਈ ਖਾਣ ਲਈ ਯੋਗ ਆ। ਹਾਲੇਲੂਇਆ। ਕੋਈ ਵੀ ਜਿਹੜੀ ਆ ਉਹ ਤਿਆਗਣ ਦੇ ਯੋਗ ਨਹੀਂ ਆ, ਜੇ ਉਹਨੂੰ ਧੰਨਵਾਦ ਦੇ ਨਾਲ ਲਿਆ ਜਾਵੇ, ਸ਼ੁਕਰਗੁਜ਼ਾਰੀ ਦੇ ਨਾਲ ਲਿਆ ਜਾਵੇ। ਹਾਲੇਲੂਇਆ। ਤੇ ਲਿਖਿਆ ਪਰਮੇਸ਼ਰ ਦੇ ਵਚਨ 'ਚ ਕਿ ਪਰਮੇਸ਼ਰ ਦੇ ਵਚਨ ਦੇ ਨਾਲ ਅਤੇ ਅਰਦਾਸ ਨਾਲ ਪਵਿੱਤਰ ਹੋ ਜਾਂਦੀ। ਪਰਮੇਸ਼ਰ ਦੇ ਵਚਨ ਦੇ ਨਾਲ ਔਰ ਪਰਮੇਸ਼ਰ ਲਿਖਿਆ ਅਰਦਾਸ ਕਰਨ ਦੇ ਨਾਲ, ਪਰਮੇਸ਼ਰ ਦੇ ਅੱਗੇ ਦੁਆ ਕਰਨ ਦੇ ਨਾਲ ਉਹ ਪਵਿੱਤਰ ਹੋ ਜਾਂਦੀ ਆ ਮੇਰੇ ਜੀਜੋ। ਹਾਲੇਲੂਇਆ। ਔਰ ਪਰਮੇਸ਼ਰ ਦਾ ਸ਼ੁਕਰਗੁਜ਼ਾਰ ਕਰਦੇ, ਹਰ ਚੀਜ਼ ਜਿਹੜੀ ਆ ਉਹ ਸਾਡੇ ਖਾਣ ਦੇ ਲਈ ਜ਼ਰੂਰੀ ਆ ਮੇਰੇ ਜੀਜੋ। ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਜਿਹੜੇ ਆ, ਉਹਨੇ ਹਰ ਚੀਜ਼ ਜਿਹੜੀ ਆ ਪਰਮੇਸ਼ਰ ਨੇ ਪ੍ਰਭੂਆਂ ਦੇ ਪ੍ਰਭੂ ਨੇ ਸਾਡੇ ਲਈ ਖਾਣ ਲਈ ਬਣਾਈਆਂ। ਲਿਖਿਆ ਜੇ ਤੂੰ ਭਰਾਵਾਂ ਦੇ ਅੱਗੇ ਇਹ ਗੱਲਾਂ ਪੇਸ਼ ਕਰੇ ਤਾਂ ਇਹ ਨੇਚਾ ਅਤੇ ਉਹ ਚੰਗੀ ਸਿੱਖਿਆ ਦੀਆਂ ਗੱਲਾਂ ਤੋਂ ਜਿਨ੍ਹਾਂ ਦੇ ਮਗਰ ਤੂੰ ਲੱਗਿਆ ਰਿਹਾ ਪਲ ਕੇ ਮਸੀਹ ਯਿਸੂ ਦਾ ਚੰਗਾ ਸੇਵਕ ਬਣੇਗਾ। ਹਾਲੇਲੂਇਆ। ਲਿਖਿਆ ਕਿ ਇਹ ਜਿਹੜੀਆਂ ਗੱਲਾਂ ਇਹ ਨੇਚਾ ਜਿਹੜੀ ਆ ਉਹ ਚੰਗੀ ਸਿੱਖਿਆ ਦੀਆਂ ਗੱਲਾਂ ਦੇ ਪਿੱਛੇ ਤੂੰ ਲੱਗਾ ਰਹੇਗਾ ਤਾਂ ਪਰਮੇਸ਼ਰ ਦੇ ਵਿੱਚ ਲਿਖਿਆ ਤੇ ਪਲ ਕੇ ਮਸੀਹ ਯਿਸੂ ਦਾ ਚੰਗਾ ਸੇਵਕ ਬਣੇਗਾ। ਫਿਰ ਤੂੰ ਪ੍ਰਭੂ ਯਿਸੂ ਦਾ ਇੱਕ ਚੰਗਾ ਸੇਵਕ ਬਣ ਜਾਏਗਾ। ਇਹ ਸਾਰੀਆਂ ਗੱਲਾਂ ਜਿਹੜੀਆਂ ਪਰਮੇਸ਼ਰ ਦੇ ਵਚਨ ਦੇ ਵਿੱਚ ਅਸੀਂ ਪੜ੍ਹਦੇ, ਜੇ ਅਸੀਂ ਇਹਦੇ ਤੇ ਚੱਲਦੇ ਰਵਾਂਗੇ, ਪਰਮੇਸ਼ਰ ਇਹਨਾਂ ਵਚਨਾਂ ਦੇ ਉੱਪਰ ਚੱਲਦੇ ਰਵਾਂਗੇ ਤਾਂ ਪਰਮੇਸ਼ਰ ਦੀ ਸਿੱਖਿਆ ਜਿਹੜੀ ਅਸੀਂ ਲੈਂਦੇ ਰਵਾਂਗੇ ਤੇ ਦਿੰਦੇ ਰਵਾਂਗੇ ਤਾਂ ਪਰਮੇਸ਼ਰ ਕਹਿੰਦਾ ਫਿਰ ਤੁਸੀਂ ਇੱਕ ਪਰਮੇਸ਼ਰ ਦੇ ਚੰਗੇ ਸੇਵਕ ਬਣੋਗੇ, ਫਿਰ ਇੱਕ ਚੰਗੇ ਸੇਵਕ ਬਣੋਗੇ। ਹਾਲੇਲੂਇਆ। ਪਰ ਗੰਦੀਆਂ ਅਤੇ ਬੁੱਢੀਆਂ ਵਾਲੀਆਂ ਕਹਾਣੀਆਂ ਵੱਲੋਂ ਮੂੰਹ ਮੋੜ ਅਤੇ ਭਗਤੀ ਲਈ ਆਪ ਸਾਧਨਾ ਕਰ। ਜਿਹੜੀਆਂ ਬੁੱਢੀਆਂ ਵਾਲੀਆਂ ਗੱਲਾਂ ਤੇ ਜਿਹੜੀਆਂ ਗੰਦੀਆਂ ਗੱਲਾਂ ਆ ਉਹਨਾਂ ਤੋਂ ਮੂੰਹ ਫੇਰ ਲਾ। ਹਾਲੇਲੂਇਆ। ਮੂੰਹ ਫੇਰ ਲਾ ਤੇ ਚੰਗੀ ਸਾਰੀਆਂ ਗੱਲਾਂ ਦੇ ਵਿੱਚ ਕੀ ਕਰ, ਤੂੰ ਕੀ ਕਰ, ਭਗਤੀ ਲਈ ਆਪਣੇ ਆਪ ਨੂੰ ਸਾਧਨਾ ਕਰ। ਭਗਤੀ ਕਰਨ ਲਈ ਆਪਣੇ ਆਪ ਨੂੰ ਤਿਆਰ ਕਰ। ਹਾਲੇਲੂਇਆ। ਸਾਧਨਾ ਕਰ, ਕਿਉਂ ਜੋ ਸਰੀਰ ਸਾਰਿਆਂ ਤੋਂ ਲਾਭ ਥੋੜਾ ਹੈ ਪਰ ਭਗਤੀ ਸਭਨਾਂ ਗੱਲਾਂ ਲਈ ਲਾਭਵੰਦ। ਭਗਤੀ ਜਿਹੜੀ ਆ ਉਹ ਸਾਰੀਆਂ ਗੱਲਾਂ ਦੇ ਲਈ ਲਾਭਵੰਦ ਆ। ਬਾਕੀ ਜਿਹੜੀਆਂ ਦੂਸਰੀਆਂ ਗੱਲਾਂ ਉਹ ਥੋੜੀ ਦੇਰ ਲਈ ਖੁਸ਼ੀ ਦਿੰਦੀਆਂ ਸਾਨੂੰ, ਪਰ ਪ੍ਰਭੂ ਯਿਸੂ ਮਸੀਹ ਦਾ ਵਚਨ ਸਾਨੂੰ ਦੱਸਦਾ ਕਿ ਜੇ ਅਸੀਂ ਪਰਮੇਸ਼ਰ ਦੇ ਨਾਲ ਬਣੇ ਰਹਾਂਗੇ ਤਾਂ ਉਹ ਸਾਡੇ ਲਈ ਕੀ ਆ, ਭਗਤੀ ਜਿਹੜੀ ਸਭਨਾਂ ਗੱਲਾਂ ਲਈ ਲਾਭਵੰਦ ਆ। ਜਿਹੜੀ ਭਗਤੀ ਕਰਨੀ ਆ ਉਹ ਸਾਰੀਆਂ ਗੱਲਾਂ ਦੇ ਵਿੱਚ ਲਾਭਵੰਦ ਆ, ਉਹ ਤੋਂ ਲਾਭ ਸਾਨੂੰ ਮਿਲਦਾ ਹੈ ਮੇਰੇ ਜੀਜੋ। ਹਾਲੇਲੂਇਆ। ਕਿਉਂ ਜੋ ਹੁਣ ਦਾ ਅਤੇ ਆਉਣ ਵਾਲੇ ਜੀਵਨ ਦਾ ਵਾਅਦਾ ਉਹਦੇ ਨਾਲ ਹੈ। ਇਹ ਵਚਨ ਸੱਤ ਹੈ ਅਤੇ ਪੂਰੀ ਤਰ੍ਹਾਂ ਮੰਨਣਯੋਗ ਹੈ ਮੇਰੇ ਜੀਜੋ। ਪਰਮੇਸ਼ਰ ਦਾ ਵਚਨ ਲਿਖਿਆ ਸੱਤ ਆ, ਇਹ ਸੱਚਾ ਪਰਮੇਸ਼ਰ ਦਾ ਵਚਨ ਆ ਤੇ ਪੂਰੀ ਤੌਰ ਤੇ ਮੰਨਣਯੋਗ ਆ ਮੇਰੇ ਜੀਜੋ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਜਿਹੜਾ ਸੱਚਾ ਆ ਤੇ ਪੂਰੇ ਤੌਰ ਤੇ ਮੰਨਣਯੋਗ ਆ। ਹਾਲੇਲੂਇਆ। ਮੰਨਣ ਦੇ ਯੋਗ ਆ। ਹਾਲੇਲੂਇਆ। ਲਿਖਿਆ ਇਸੇ ਨਿਮਿਤ ਅਸੀਂ ਮਿਹਨਤ ਅਤੇ ਯਤਨ ਕਰਦੇ ਹਾਂ, ਇਸ ਲਈ ਜੋ ਅਸਾਂ ਜਿਉਂਦੇ ਪਰਮੇਸ਼ਰ ਉੱਤੇ ਆਸ ਲਾਈ ਹੋਈ ਆ। ਇਸ ਕਰਕੇ ਅਸੀਂ ਮਿਹਨਤ ਕਰਦੇ ਹਾਂ, ਪਰਮੇਸ਼ਰ ਦੇ ਨਾਲ ਚੱਲਦੇ ਹਾਂ, ਕਿਉਂਕਿ ਸਾਨੂੰ ਪਰਮੇਸ਼ਰ ਦੇ ਉੱਪਰ ਆਸ ਆ ਮੇਰੇ ਜੀਜੋ। ਹਾਲੇਲੂਇਆ। ਸਾਨੂੰ ਪਰਮੇਸ਼ਰ ਜਿਉਂਦੇ ਪਰਮੇਸ਼ਰ ਦੇ ਉੱਪਰ ਆਸ ਲਾਈ ਹੋਈ ਆ। ਅਸੀਂ ਆਸ ਲਾਈ ਹੋਈ ਆ। ਹਾਲੇਲੂਇਆ। ਲਾਈ ਹੋਈ, ਜੋ ਅਸਾਂ ਜਿਉਂਦੇ ਪਰਮੇਸ਼ਰ ਉੱਤੇ ਆਸ ਲਾਈ ਹੋਈ, ਜਿਹੜਾ ਸਾਰਿਆਂ ਮਨੁੱਖਾਂ ਦਾ ਖਾਸ ਕਰਕੇ ਨੇਚਾਵਾਨਾਂ ਦਾ ਮੁਕਤੀ ਦਾਤਾ ਹੈ। ਲਿਖਿਆ ਸਾਰਿਆਂ ਮਨੁੱਖਾਂ ਦਾ, ਖਾਸ ਕਰਕੇ ਜਿਹੜੇ ਨੇਚਾਵਾਨ ਲੋਕੀ ਆ, ਜਿਹੜੇ ਨੇਚਾ ਦੇ ਵਿੱਚ ਪੱਕੇ ਆ, ਨੇਚਾ ਦੇ ਵਿੱਚ ਦ੍ਰਿੜ੍ਹੇ ਆ। ਹਾਲੇਲੂਇਆ। ਉਹਨਾਂ ਦੇ ਲਈ ਲਿਖਿਆ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜਿਹੜੇ ਆ ਨੇਚਾਵਾਨਾਂ ਦਾ ਮੁਕਤੀ ਦਾਤਾ ਹੈ। ਉਹ ਜਿਹੜੇ ਨੇਚਾਵਾਨ ਲੋਕੀ ਆ ਉਹਨਾਂ ਦਾ ਮੁਕਤੀ ਦਾਤਾ ਆ ਮੇਰੇ ਜੀ, ਜੋ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ। ਇਸ ਕਰਕੇ ਸਾਨੂੰ ਜਿਹੜਾ ਆ ਆਪਣਾ ਟਾਈਮ ਜਿਹੜਾ ਪਰਮੇਸ਼ਰ ਦੇ ਵਿੱਚ ਗੁਜ਼ਾਰਨ ਦੀ ਲੋੜ ਆ। ਪਰਮੇਸ਼ਰ ਦੇ ਵਚਨ ਲਿਖਿਆ ਕਹਿੰਦਾ ਮੈਂ ਤੁਹਾਨੂੰ ਚੰਗੀ ਕਣਕ ਖਵਾਵਾਂਗਾ, ਚੰਗਾ ਅੰਨ ਖਵਾਵਾਂਗਾ। ਹਾਲੇਲੂਇਆ। ਜੇ ਤੁਹਾਡੇ ਕੋਲ ਕੁਝ ਖਾਣ ਲਈ ਨਹੀਂ ਆ, ਪਰਮੇਸ਼ਰ ਤੁਹਾਨੂੰ ਕਦੀ ਵੀ ਭੁੱਖੇ ਵੀ ਨਹੀਂ ਮਰਨ ਦਿੰਦਾ ਹੈ। ਹਾਲੇਲੂਇਆ। ਪਰਮੇਸ਼ਰ ਕਿਤੇ ਨਾ ਕਿਤੇ ਤੁਹਾਡੇ ਲਈ ਖਾਣ ਦੇ ਲਈ ਇੰਤਜ਼ਾਮ ਕਰ ਦਿੰਦੇ ਆ ਮੇਰੇ ਜੀ। ਇੱਕ ਤੁਹਾਨੂੰ ਮੈਂ ਕਹਾਣੀ ਦੱਸਦਾ। ਇੱਕ ਔਰਤ ਸੀ, ਉਹਦੇ 2 ਬੱਚੇ ਸੀਗੇ, ਪਰ ਉਹਨਾਂ ਕੋਲ ਖਾਣ ਲਈ ਕੁਝ ਨਹੀਂ ਸੀ। ਤਾਂ ਜਿਹੜੀ ਉਹਨਾਂ ਦੀ ਮਾਂ ਸੀ ਰੋਜ਼ ਪ੍ਰੇ ਕਰਦੀ ਸੀ ਕਿ ਪਰਮੇਸ਼ਰ ਸਾਨੂੰ ਖਾਣ ਲਈ ਦਿਓ, ਸਾਡਾ ਵਿਸ਼ਵਾਸ, ਸਾਡੀ ਨੇਚਾ। ਤੇ ਮੁੰਡਾ ਕਹਿੰਦਾ
ਮੁੰਡਾ ਉਹਨਾਂ ਦਾ ਇੱਕ ਕਹਿੰਦਾ ਕਿ ਆਪਾਂ ਰੋਜ਼ ਦੁਆ ਕਰਦੇ ਸਾਨੂੰ ਖਾਣ ਨੂੰ ਕੁਝ ਨਹੀਂ ਮਿਲਦਾ ਹੈ। ਤਾਂ ਪ੍ਰਭੂ ਉਹਨਾਂ ਦੀ ਮਾਂ ਨੇ ਕਿਹਾ ਕਿ ਤੁਸੀਂ ਨੇਚਾ ਕਰੋ, ਪਰਮੇਸ਼ਰ ਤੁਹਾਡੇ ਲਈ ਇੰਤਜ਼ਾਮ ਕਰੇਗਾ। ਥੋੜੀ ਦੇਰ ਬਾਅਦ ਹੀ ਉਹਨਾਂ ਨੇ ਦਰਵਾਜ਼ਾ ਲਾ ਕੇ ਦੁਆ ਕਰ, ਥੋੜੀ ਦੇਰ ਬਾਅਦ ਹੀ ਬਾਹਰ ਰੌਲਾ ਪੈ ਰਿਹਾ ਸੀ, ਪਤਾ ਨਹੀਂ ਕੀ ਹੋ ਗਿਆ। ਤਾਂ ਮੇਰੇ ਜੀਜੋ ਬਾਹਰ ਜਿਹੜਾ ਨਾਲਾ ਫਟ ਗਿਆ ਤੇ ਲੋਕੀ ਮੱਛੀਆਂ ਜਿਹੜੀਆਂ ਫੜ ਰਹੇ ਸੀਗੇ, ਨਾਲਾ ਫਟਣ ਦੇ ਕਰਕੇ ਮੱਛੀਆਂ ਬਾਹਰ ਆ ਗਈਆਂ ਤੇ ਮੱਛੀਆਂ ਫੜ ਗਏ। ਤੇ ਉਹ ਮੁੰਡਾ ਜਿਹੜਾ ਸੀਗਾ ਜਿਹਨੇ ਸਵਾਲ ਕੀਤਾ ਸੀ ਮਾਂ ਨੂੰ ਕਿ ਸਾਨੂੰ ਤਾਂ ਖਾਣਾ ਮਿਲਦਾ ਨਹੀਂ, ਉਹ ਵੀ ਗਿਆ ਫਟਾਫਟ ਜਾ ਕੇ ਮੱਛੀਆਂ ਲੈ ਕੇ ਆਇਆ, ਆਪਣੀ ਮਾਂ ਨੂੰ ਦਿੱਤੀਆਂ। ਉਹਨੇ ਮਾਂ ਨੇ ਧੋ ਕੇ ਫਟਾਫਟ ਬਣਾਈਆਂ ਤੇ ਉਹਨਾਂ ਨੂੰ ਦਿੱਤੀਆਂ ਤੇ ਉਹਨਾਂ ਨੇ ਜੀ ਭਰ ਕੇ ਖਾਧਾ, ਢਿੱਡ ਭਰ ਕੇ ਖਾਧਾ ਉਹਨਾਂ ਨੇ। ਇੱਦਾਂ ਦਾ ਸਾਡਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਜਿਹੜਾ ਨਾਮੀਦੀਆਂ ਚ ਉਮੀਦਾਂ ਪੈਦਾ ਕਰਦਾ ਹੈ ਮੇਰੇ ਜੀਜੋ। ਹਾਲੇਲੂਇਆ। ਪਰਮੇਸ਼ਰ ਦੇ ਘਰ ਦੇ ਵਿੱਚ ਕਿਸੇ ਚੀਜ਼ ਦਾ ਘਾਟਾ ਨਹੀਂ ਹੈ ਮੇਰੇ ਜੀਜੋ। ਪਰਮੇਸ਼ਰ ਕਹਿੰਦਾ ਜੇ ਤੁਸੀਂ ਮੇਰੇ ਹੁਕਮਾਂ ਨੂੰ ਮੰਨੋ, ਮਨ ਲਾ ਕੇ ਤੇ ਉਹਨਾਂ ਦੇ ਉੱਪਰ ਚੱਲੋ, ਤਾਂ ਪਰਮੇਸ਼ਰ ਕਹਿੰਦਾ ਤੁਹਾਨੂੰ ਆਸਮਾਨ ਦੀਆਂ ਖਿੜਕੀਆਂ ਖੋਲ ਕੇ ਕਹਿੰਦਾ ਮੈਂ ਤੁਹਾਨੂੰ ਬਰਕਤ ਦੇਵਾਂਗਾ। ਔਰ ਤੁਹਾਨੂੰ ਕਹਿੰਦਾ ਫਿਰ ਤੁਹਾਨੂੰ ਮੰਗਣ ਦੀ ਲੋੜ ਨਹੀਂ। ਉਹ ਆਸ਼ਾ ਜਿਨ੍ਹਾਂ ਦੇ ਪਿੱਛੇ ਤੁਸੀਂ ਪਏ ਹੋ, ਉਹ ਆਸ਼ਾ ਤੁਹਾਡੇ ਪਿੱਛੇ ਪਿੱਛੇ ਪੈ ਕੇ ਤੁਹਾਨੂੰ ਮਿਲ ਜਾਣਗੀਆਂ। ਹਾਲੇਲੂਇਆ। ਬੋਸ਼ਤਾ ਸਾਹਿਬ ਦੀ ਕਿਤਾਬ ਆਪਾਂ ਦੇਖਦੇ ਪਰਮੇਸ਼ਰ ਦੇ ਵਚਨ ਦੇ ਵਿੱਚੋਂ, ਬੋਸ਼ਤਾ ਸਾਹਿਬ ਦੀ ਕਿਤਾਬ ਉਹਦਾ 28 ਬਾਬ ਆਪਾਂ ਪਰਮੇਸ਼ਰ ਦੇ ਵਚਨ ਚੋਂ ਦੇਖਦੇ ਹਾਂ। ਹਾਲੇਲੂਇਆ। ਲਿਖਿਆ ਪਰਮੇਸ਼ਰ ਦੇ ਵਚਨ 'ਚ, ਤਾਂ ਇਉਂ ਹੋਵੇਗਾ ਕਿ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਮਨ ਲਾ ਕੇ ਸੁਣੋ ਅਤੇ ਉਸਦੇ ਸਾਰੇ ਹੁਕਮਾਂ ਦੀ ਪਾਲਣਾ ਕਰਕੇ ਪੂਰਾ ਕਰੋ, ਜਿਨ੍ਹਾਂ ਦਾ ਅੱਜ ਮੈਂ ਤੁਹਾਨੂੰ ਹੁਕਮ ਦਿੰਦਾ ਹੈ। ਪਰਮੇਸ਼ਰ ਦੇ ਵਚਨ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਉਹ ਇਉਂ ਹੋਵੇਗਾ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਮਨ ਲਾ ਕੇ ਸੁਣੋ ਅਤੇ ਉਸਦੇ ਸਾਰੇ ਹੁਕਮਾਂ ਦੀ ਪਾਲਣਾ ਕਰੋ, ਜਿਹੜਾ ਅੱਜ ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ। ਹਾਲੇਲੂਇਆ। ਅਤੇ ਯਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਤੋਂ ਕੀ ਕਰੇਗਾ? ਉੱਚਾ ਕਰੇਗਾ। ਸਾਰੀਆਂ ਕੌਮਾਂ ਤੋਂ ਪਰਮੇਸ਼ਰ ਪ੍ਰਭੂ ਯਿਸੂ ਜੀ ਕਹਿੰਦੇ ਆ, ਪਰਮੇਸ਼ਰਾਂ ਦੇ ਪਰਮੇਸ਼ਰ ਪ੍ਰਭੂ ਕਹਿੰਦੇ ਆ ਕਿ ਯਹੋਵਾ ਪਰਮੇਸ਼ਰ ਕਹਿੰਦੇ ਆ ਕਿ ਮੈਂ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਤੋਂ ਕੀ ਕਰਾਂਗਾ? ਉੱਚਾ ਕਰਾਂਗਾ। ਹਾਲੇਲੂਇਆ। ਲਿਖਿਆ ਪਰਮੇਸ਼ਰ ਦੇ ਵਿੱਚ ਲਿਖਿਆ ਕਿ ਧਰਤੀ ਦੀਆਂ ਸਾਰੀਆਂ ਕੌਮਾਂ ਤੋਂ ਉੱਚਾ ਕਰਾਂਗਾ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਸੁਣੋ ਅਤੇ ਇਹ ਸਾਰੀਆਂ ਆਸ਼ਾਂ ਤੁਹਾਡੇ ਪਿੱਛੇ ਆਉਣਗੀਆਂ। ਜੇ ਤੁਸੀਂ ਯਹੋਵਾ ਪਰਮੇਸ਼ਰ ਦੀ ਆਵਾਜ਼ ਸੁਣੋ ਤਾਂ ਇਹ ਸਾਰੀਆਂ ਆਸ਼ਾਂ ਜਿਹੜੀਆਂ ਤੁਹਾਡੇ ਪਿੱਛੇ ਆਉਣਗੀਆਂ, ਬਲਕਿ ਤੁਹਾਡੇ ਪਿੱਛੇ ਤੁਹਾਡੇ ਉੱਤੇ ਆਉਣਗੀਆਂ, ਸਗੋਂ ਤੁਹਾਡੇ ਪਿੱਛੇ ਪਿੱਛੇ ਤੁਹਾਨੂੰ ਮਿਲਣੀਆਂ। ਹਾਲੇਲੂਇਆ। ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣੀਆਂ ਉਹ ਆਸ਼ਾਂ ਮੇਰੇ ਜੀਜੋ। ਜੇ ਯਹੋਵਾ ਪਰਮੇਸ਼ਰ ਦੀ ਆਵਾਜ਼ ਮਨ ਲਾ ਕੇ ਸੁਣੋ ਤੇ ਉਹਦੇ ਹੁਕਮਾਂ ਦੇ ਉੱਪਰ ਚਲੋ, ਤਾਂ ਪਰਮੇਸ਼ਰ ਕਹਿੰਦਾ ਇਹ ਸਾਰੀਆਂ ਆਸ਼ਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲ ਜਾਣਗੀਆਂ। ਹਾਲੇਲੂਇਆ। ਲਿਖਿਆ ਮੁਬਾਰਕ ਹੋਵੇਗੇ ਮੁਬਾਰਕ ਹੋਵੇ ਤੁਹਾਡੇ ਸਰੀਰ ਦਾ ਫਲ, ਤੁਹਾਡੀ ਜ਼ਮੀਨ ਦਾ ਫਲ, ਤੁਹਾਡੇ ਡੰਗਰ ਦੇ ਫਲ ਅਤੇ ਤੁਹਾਡੇ ਚੌਣੇ ਦਾ ਵਾਧਾ ਅਤੇ ਤੁਹਾਡੇ ਇੱਜੜ ਦੇ ਬੱਚੇ। ਫਿਰ ਇੱਜੜ ਦੇ ਬੱਚੇ ਜਿਹੜੇ ਉਹਦੇ 'ਚ ਵੀ ਵਾਧਾ ਹੋਏਗਾ। ਡੰਗਰ ਦਾ ਫਲ ਜੇ ਤੁਹਾਡੇ ਡੰਗਰ ਰੱਖੇ ਉਹਦੇ ਵਿੱਚ ਵੀ ਵਾਧਾ ਹੋਏਗਾ। ਉਹ ਤੁਹਾਡੀ ਜ਼ਮੀਨ ਦਾ ਫਲ ਜੇ ਤੁਸੀਂ ਜ਼ਮੀਨ ਦੇ ਵਿੱਚ ਕੁਝ ਬੀਜਿਆ ਤਾਂ ਉਹ ਵੀ ਵਧੇ ਫੁੱਲੇਗੀ। ਹਾਲੇਲੂਇਆ। ਲਿਖਿਆ ਮੁਬਾਰਕ ਹੋਵੇਗੇ ਤੁਸੀਂ ਆਪਣੇ ਅੰਦਰ ਆਉਣ ਵਿੱਚ ਅਤੇ ਮੁਬਾਰਕ ਹੋਵੇਗੇ ਤੁਸੀਂ ਆਪਣੇ ਬਾਹਰ ਵੀ। ਮੁਬਾਰਕ ਅੰਦਰ ਆਉਣ ਦੇ ਵਿੱਚ ਵੀ ਤੇ ਬਾਹਰ ਜਾਣ ਦੇ ਵਿੱਚ ਵੀ ਪਰਮੇਸ਼ਰ ਦੇ ਵਿੱਚ ਲਿਖਿਆ ਤੁਸੀਂ ਮੁਬਾਰਕਾਂ ਦੇ ਮੁਬਾਰਕ ਹੋਵੋਗੇ। ਹਾਲੇਲੂਇਆ। ਯਹੋਵਾ ਤੁਹਾਡੀਆਂ ਬੈਰੀਆਂ ਯਹੋਵਾ ਤੁਹਾਡੀਆਂ ਬੈਰੀਆਂ ਨੂੰ ਜਿਹੜੇ ਤੁਹਾਡੇ ਵਿਰੁੱਧ ਉੱਠਦੇ ਹਨ ਤੁਹਾਡੇ ਅੱਗੇ ਮੁਰਵਾ ਚੁੱਟੇਗਾ। ਇੱਕ ਰਾਹ ਥਾਣੀ ਉਹ ਆਉਣਗੇ ਤੇ ਸੱਤੀ ਰਾਹੀਂ ਉਹ ਧਰ ਤੋਂ ਅੱਗੇ ਨੱਠਣਗੇ। ਯਹੋਵਾ ਤੁਹਾਡੇ ਲਈ ਆਸ਼ੀਸ਼ ਦੀ ਆਗਿਆ ਤੁਹਾਡੀ ਮੋਦੀ ਖਾਨਿਆਂ ਵਿੱਚ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਵਿੱਚ ਦੇਵੇਗਾ। ਹਾਲੇਲੂਇਆ। ਮੇਰੇ ਚੀਜ਼ੋ ਪਰਮੇਸ਼ਰ ਦੇ ਵਿੱਚ ਲਿਖਿਆ ਕਿ ਪਰਮੇਸ਼ਰ ਤੁਹਾਡੀ ਮੋਦੀ ਖਾਨੇ ਤੁਹਾਨੂੰ ਬਰਕਤ ਦੇਵੇਗਾ। ਪਰਮੇਸ਼ਰ। ਹਾਲੇਲੂਇਆ। ਪਰਮੇਸ਼ਰ ਦੇ ਵਚਨ 'ਚ ਲਿਖਿਆ ਕਿ ਮੁਬਾਰਕ ਹੋਵੇਗੀ ਤੁਹਾਡੀ ਖਾਰੀ। ਹਾਲੇ ਜਿਹਦੇ ਵਿੱਚ ਅਸੀਂ ਰੋਟੀਆਂ ਰੱਖਦੇ ਮੇਰੇ ਜੋ ਮੁਬਾਰਕ। ਜੇ ਰੋਟੀਆਂ ਥੋੜੀਆਂ ਤੇ ਖਾਣ ਵਾਲੀ ਜ਼ਿਆਦਾ ਤਾਂ ਪਰਮੇਸ਼ਰ ਕਹਿੰਦਾ ਉਸ ਖਾਰੀ ਨੂੰ ਮੈਂ ਮੁਬਾਰਕ ਕਰਦਾ। ਜਿਹਦੇ ਵਿੱਚ ਸ਼ਾਬਾ ਜਿਹਨੂੰ ਆਪਾਂ ਕਹਿੰਦੇ ਜਿਹਦੇ 'ਚ ਆਪਾਂ ਰੋਟੀਆਂ ਰੱਖਦੇ ਹਾਂ ਮੇਰੇ ਜੋ ਪਰਮੇਸ਼ਰ ਕਹਿੰਦਾ ਉਹਨੂੰ ਬਰਕਤ ਦੇਣਾ। ਮੁਬਾਰਕ ਹੋਵੇਗਾ ਤੁਹਾਡਾ ਪਰਾਤੜਾ ਜਿਹਦੇ ਵਿੱਚ ਆਟਾ ਤੁਸੀਂ ਗੁੰਨਦੇ ਮੇਰੇ ਜੀਜੋ। ਜੇ ਆਟਾ ਥੋੜਾ ਆ ਤਾਂ ਖਾਣ ਵਾਲੇ ਜ਼ਿਆਦਾ ਆ ਤਾਂ ਪਰਮੇਸ਼ਰ ਕਹਿੰਦਾ ਉਹਦੇ ਵਿੱਚ ਵੀ ਮੈਂ ਤੁਹਾਨੂੰ ਬਰਕਤ ਦੇ ਦੇਵਾਂਗਾ। ਹਾਲੇਲੂਇਆ। ਥੋੜੇ ਆਟੇ ਵਿੱਚੋਂ ਮੈਂ ਬਹੁਤ ਸਾਰੇ ਲੋਕਾਂ ਨੂੰ ਰਿਜਾ ਦੇਵਾਂਗਾ ਮੇਰੇ ਜੀਜੋ। ਹਾਲੇਲੂਇਆ। ਇੱਦਾਂ ਦਾ ਸਾਡਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ। ਬਸ ਪਰਮੇਸ਼ਰ ਦਾ ਵਚਨ ਸਾਨੂੰ ਇਹ ਦੱਸ ਰਿਹਾ ਕਿ ਜੇ ਤੁਸੀਂ ਮੇਰੇ ਹੁਕਮਾਂ ਨੂੰ ਮੰਨ ਕੇ ਹਾਲੇਲੂਇਆ ਉਹਨਾਂ ਦੇ ਉੱਪਰ ਚੱਲੋ ਤਾਂ ਮੇਰੇ ਵਚਨਾਂ ਦੀ ਪਾਲਣਾ ਕਰੋ ਤਾਂ ਪਰਮੇਸ਼ਰ ਕਹਿੰਦਾ ਤੁਹਾਨੂੰ ਆਸਮਾਨ ਦੀਆਂ ਖਿੜਕੀਆਂ ਖੋਲ ਕੇ ਤੁਹਾਨੂੰ ਬਰਕਤ ਦੇਵਾਂਗਾ। ਤੁਹਾਨੂੰ ਹਰ ਗੱਲ ਵਿੱਚ ਮੈਂ ਤੁਹਾਡੀ ਮਦਦ ਤੇ ਸਹਾਇਤਾ ਕਰਾਂ। ਫਿਰ ਕਹਿੰਦਾ ਮੁਬਾਰਕ ਹੋਵੇਗੀ ਤੁਹਾਡੀ ਖਾਰੀ ਜਿੱਥੇ ਤੁਸੀਂ ਰੋਟੀਆਂ ਰੱਖਦੇ। ਮੁਬਾਰਕ ਹੋਵੇਗਾ ਤੁਹਾਡਾ ਪਰਾਤੜਾ ਜਿਹਦੇ ਵਿੱਚ ਤੁਸੀਂ ਆਟਾ ਗੁੰਨਦੇ ਆ। ਪਰਮੇਸ਼ਰ ਉਹਨੂੰ ਵੀ ਮੁਬਾਰਕ ਕਰਨ ਦੀ ਸ਼ਕਤੀ ਰੱਖਦਾ ਮੇਰੇ ਜੀਜੋ। ਹਾਲੇਲੂਇਆ। ਅੱਜ ਅਸੀਂ ਸਿੱਖਿਆ ਹੈ ਕਿ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਕਹਿੰਦੇ ਕਿ ਮੈਂ ਤੁਹਾਨੂੰ ਚੰਗੀ ਕਣਕ ਖਵਾਵਾਂਗਾ, ਚੰਗਾ ਅੰਨ ਖਵਾਵਾਂਗਾ। ਹਾਲੇਲੂਇਆ।
ਜੇ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰਦੇ ਆ ਤੇ ਉਹਦੇ ਉੱਪਰ ਚੱਲਦੇ ਆ ਤਾਂ ਫਿਰ ਪਰਮੇਸ਼ਰ ਕਹਿੰਦਾ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ। ਹਾਲੇਲੂਇਆ। ਖੁਦਾਵੰਦ ਪ੍ਰਭੂ ਯਿਸੂ ਮਸੀਹ ਨਾਲ ਵਚਨਾਂ ਤੁਹਾਨੂੰ ਬਹੁਤ ਵੱਡੀ ਬਰਕਤ ਤੇ ਆਸ਼ੀਰਵਾਦ ਦੇਵੇ। ਆਮੀਨ ਆਮੀਨ ਆਮੀਨ।